ਜ਼ਿੰਦਗੀ ਤੇ ਸਮਾਂ ਬਦਲਦਿਆਂ ਪਤਾ ਤੱਕ ਨਹੀਂ ਲੱਗਦਾ। ਲੱਖਾਂ ਤੋਂ ਕੱਖ ਤੇ ਕੱਖਾਂ ਤੋਂ ਲੱਖ ਦੇਖਦਿਆਂ ਹੀ ਦੇਖਦਿਆਂ ਮਿੰਟਾਂ ਵਿੱਚ ਹੀ ਬਣ ਜਾਂਦਾ ਹੈ। ਪਰਮਾਤਮਾ ਦੇ ਰੰਗਾਂ ਬਾਰੇ ਜਾਣਨਾ ਬਹੁਤ ਹੀ ਮੁਸ਼ਕਿਲ ਹੈ। ਇਸ ਦੇ ਨਾਲ ਨਾਲ ਗੁਰੂ ਘਰ ਦੀ ਸੇਵਾ ਕਦੀ ਵੀ ਬੇਫਲ ਨਹੀਂ ਹੁੰਦੀ, ਇਸ ਦੇ ਵਿੱਚ ਕੋਈ ਸ਼ੱਕ ਵੀ ਨਹੀਂ। ਇਸੇ ਤਰ੍ਹਾਂ ਗੁਰਮੀਤ ਕੌਰ ਗੁਰੂ ਘਰ ਦੀ ਸੇਵਾ ਭੁੱਲ ਭੁਲੇਖੇ ਕਰਦੀ ਤੇ ਗੁਰੂ ਘਰ ਦੀ ਸੇਵਾ ਦੇ ਬਦਲੇ ਉਸ ਨੂੰ ਇੱਕ ਕੁੱਤਾ ਮਿਲਿਆ। ਉਸੇ ਕੁੱਤੇ ਦੇ ਬਦੌਲਤ ਗੁਰਮੀਤ ਕੌਰ ਕੈਨੇਡਾ ਤੱਕ ਪਹੁੰਚੀ। ਲੋਕ ਪਾਸਪੋਰਟ ਤੇ ਵੀਜ਼ਾ ਲਗਾ ਕੇ ਕੈਨੇਡਾ ਪਹੁੰਚਦੇ ਨੇ ਤੇ ਇੱਥੇ ਕੁੱਤੇ ਨੇ ਹੀ ਸਾਰੇ ਪਰਿਵਾਰ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਇਹ ਸਭ ਕੁਝ ਪਰਮਾਤਮਾ ਦੀ ਕਿਰਪਾ ਸਦਕਾ ਹੀ ਹੋਇਆ ਹੈ। ਗੁਰਮੀਤ ਕੌਰ ਗਰੀਬ ਘਰ ਦੇ ਨਾਲ ਸੰਬੰਧ ਰੱਖਦੀ ਔਰਤ ਜੱਟਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਸੀ। ਘਰ ਦੇ ਕੱਪੜੇ ਬਰਤਨ ਧੋਣੇ ਤੇ ਸਫਾਈਆਂ ਕਰਨੀਆਂ, ਇਹ ਸਭ ਕੰਮ ਕਰਦਿਆਂ ਉਸ ਦੀ ਸਾਰੀ ਜ਼ਿੰਦਗੀ ਨਿਕਲ ਗਈ। ਪਰ ਘਰ ਦੀ ਗਰੀਬੀ ਇਸ ਕੰਮ ਦੇ ਨਾਲ ਦੂਰ ਨਾ ਹੋਈ। ਜਿਨ੍ਹਾਂ ਜੱਟ ਜ਼ਿਮੀਂਦਾਰਾਂ ਦੇ ਘਰੋਂ ਕੰਮ ਕਰਦੀ ਸੀ, ਉਹ ਪਰਿਵਾਰ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਸੰਗਤ ਕਰਦਾ ਸੀ ਤੇ ਹਰ ਐਤਵਾਰ ਉਹ ਉੱਥੇ ਹੰਸਾਲੀ ਜਾ ਕੇ ਦਰਸ਼ਨ ਕਰਦੇ ਸੀ। ਇਸੇ ਤਰ੍ਹਾਂ ਗੁਰਮੀਤ ਕੌਰ ਦੇ ਕੋਲੋਂ ਘਰ ਦੀਆਂ ਮਾਲਕਣਾਂ ਨੇ ਪਹਿਲਾਂ ਸਾਰਾ ਕੰਮ ਕਰਵਾ ਲੈਣਾ ਤੇ ਬਾਅਦ ਵਿੱਚ ਆਪਣੇ ਨਾਲ ਹੀ ਹੰਸਾਲੀ ਲੈ ਜਾਣਾ। ਪਹਿਲਾਂ ਘਰ ਦੇ ਵਿੱਚ ਕੱਪੜੇ ਬਰਤਨ ਧੋਣੇ ਸਫਾਈਆਂ ਕਰਨੀਆਂ ਤੇ ਫਿਰ ਬਾਅਦ ਦੇ ਵਿੱਚ ਹੰਸਾਲੀ ਜਾ ਕੇ ਉਹਨਾਂ ਦੇ ਸਮਾਨ ਦੀ ਰਾਖੀ ਵੀ ਕਰਨੀ। ਗੁਰਮੀਤ ਕੌਰ ਨੂੰ ਇਹ ਲਾਹਾ ਹੁੰਦਾ ਸੀ ਕਿ ਪਰਿਵਾਰ ਦਾ ਕੰਮ ਕਰਾਂਗੀ ਤਾਂ ਪੁਰਾਣੇ ਕੱਪੜੇ ਖਾਣਾ ਪਾਣੀ ਕੁਝ ਨਾ ਕੁਝ ਪਰਿਵਾਰ ਦੇ ਹੀ ਦੇਵੇਗਾ ਤੇ ਉਹ ਆਪਣੇ ਬੱਚਿਆਂ ਨੂੰ ਪਾਉਣ ਤੇ ਖਾਣ ਨੂੰ ਦੇ ਦੇਵੇਗੀ। ਸੋ ਇਸੇ ਕਰਕੇ ਕਿਸੇ ਵੀ ਕੰਮ ਤੋਂ ਮਨਾ ਨਹੀਂ ਕਰਦੀ ਸੀ। ਗੁਰਮੀਤ ਕੌਰ ਤੇ ਉਸਦੇ ਬੱਚਿਆਂ ਨੇ ਕਦੀ ਵੀ ਮੁੱਲ ਖਰੀਦ ਕੇ ਕੱਪੜਾ ਨਹੀਂ ਪਾਇਆ। ਜੋ ਪੁਰਾਣੇ ਕੱਪੜੇ ਪਰਿਵਾਰ ਦਿੰਦਾ ਸੀ, ਗੁਰਮੀਤ ਕੌਰ ਦਾ ਪਰਿਵਾਰ ਉਹੀ ਪਾ ਕੇ ਹਟਾਉਂਦਾ ਸੀ। ਸੋ ਹੰਸਾਲੀ ਹਰ ਐਤਵਾਰ ਪਰਿਵਾਰ ਦੇ ਨਾਲ ਹੀ ਗੁਰਮੀਤ ਕੌਰ ਨੇ ਜਾਣਾ ਸ਼ੁਰੂ ਕੀਤਾ। ਉੱਥੇ ਉਹਨਾਂ ਦੇ ਸਮਾਨ ਦੀ ਰਾਖੀ ਕਰਨੀ ਤੇ ਦੇਖਦਿਆਂ ਹੀ ਦੇਖਦਿਆਂ ਗੁਰਮੀਤ ਕੌਰ ਨੇ ਉੱਥੇ ਬਰਤਨਾਂ ਦੀ ਸੇਵਾ ਵੀ ਕਰਨੀ ਸ਼ੁਰੂ ਕਰ ਦਿੱਤੀ। ਸੰਗਤਾਂ ਦੇ ਬਰਤਨ ਸਾਫ਼ ਕਰਨੇ। ਅਸਲ ਵਿੱਚ ਦੇਖਿਆ ਜਾਵੇ ਤਾਂ ਗੁਰਮੀਤ ਕੌਰ ਖੁਦ ਹੰਸਾਲੀ ਨਹੀਂ ਜਾਂਦੀ ਸੀ, ਸਿਰਫ ਆਪਣੇ ਮਾਲਕਾਂ ਦੇ ਕਹੇ ਤੇ ਹੀ ਉਹ ਉੱਥੇ ਉਹਨਾਂ ਨਾਲ ਜਾਇਆ ਕਰਦੀ ਸੀ। ਪਰ ਪਰਮਾਤਮਾ ਨੇ ਗੁਰਮੀਤ ਕੌਰ ਨੂੰ ਆਪਣੀ ਸੇਵਾ ਦਾ ਇੱਕ ਮੌਕਾ ਦਿੱਤਾ। ਹੁਣ ਘਰ ਦੀਆਂ ਮਾਲਕਣਾਂ ਤਾਂ ਕਿੱਥੋਂ ਦਾਲ ਵਾਲੇ ਵੱਡੇ ਵੱਡੇ ਪਤੀਲੇ ਮੰਨ ਸਕਦੀਆਂ ਸੀ। ਵੱਡੀਆਂ ਔਰਤਾਂ ਨੂੰ ਆਪਣੇ ਸੂਟ ਖਰਾਬ ਹੋਣ ਦਾ ਡਰ ਤਾਂ ਜ਼ਰੂਰ ਹੁੰਦਾ ਹੈ, ਪਰ ਗੁਰਮੀਤ ਕੌਰ ਨੂੰ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਸੀ ਤੇ ਉਹ ਵੱਡੇ ਵੱਡੇ ਬਰਤਨਾਂ ਦੀ ਸੇਵਾ ਕਰਦੀ ਰਹਿੰਦੀ। ਸੇਵਾ ਕਰਦਿਆਂ ਉਸਦੇ ਕੱਪੜੇ ਖਰਾਬ ਹੋ ਜਾਣੇ, ਪਰ ਉਸ ਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ। ਸੋ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਕਾਫੀ ਸਮਾਂ ਲੰਘ ਗਿਆ। ਹੁਣ ਉਸ ਦਾ ਮਨ ਵੀ ਸੇਵਾ ਦੇ ਵਿੱਚ ਲੱਗ ਚੁੱਕਿਆ ਸੀ। ਇੱਕ ਦਿਨ ਬਰਤਨ ਸਾਫ਼ ਕਰਦਿਆਂ ਕਰਦਿਆਂ ਗੁਰਮੀਤ ਕੌਰ ਦੀ ਨਿਗਾਹ ਪਈ ਤਾਂ ਉਸਨੇ ਦੇਖਿਆ ਕਿ ਉਸਦੇ ਘਰ ਦੇ ਸਰਦਾਰ ਮਾਲਕ ਇੰਨੇ ਵੱਡੇ ਵੱਡੇ ਲੋਕ ਸੰਤਾਂ ਦੇ ਪੈਰੀ ਪੈ ਰਹੇ ਨੇ। ਗੁਰਮੀਤ ਕੌਰ ਨੇ ਉਹਨਾਂ ਸੰਤਾਂ ਨੂੰ ਵੀ ਪਹਿਲੀ ਵਾਰ ਹੀ ਦੇਖਿਆ ਸੀ, ਕਿਉਂਕਿ ਉਸ ਨੂੰ ਤਾਂ ਹੰਸਾਲੀ ਵਾਲੇ ਕੁਝ ਪਤਾ ਤੱਕ ਨਹੀਂ ਸੀ। ਸੇਵਾ ਕਰਦੀ ਸੀ ਤੇ ਚਲੀ ਜਾਂਦੀ ਸੀ। ਸੋ ਉਸਨੇ ਸੋਚਿਆ ਕਿ ਇੰਨੇ ਵੱਡੇ ਵੱਡੇ ਸਰਦਾਰ ਜਿਨ੍ਹਾਂ ਦੇ ਘਰ ਮੈਂ ਨੌਕਰੀ ਕਰਦੀ ਹਾਂ ਤੇ ਉਹ ਲੋਕ ਮੈਨੂੰ ਪੈਸੇ ਦਿੰਦੇ ਨੇ, ਪਰ ਇਹ ਤਾਂ ਵੱਡੇ ਸਰਦਾਰ ਵੀ ਸੰਤਾਂ ਦੇ ਪੈਰੀ ਪੈ ਰਹੇ ਨੇ। ਗੁਰਮੀਤ ਕੌਰ ਨੇ ਸੋਚਿਆ ਕਿ ਇਸ ਦਾ ਮਤਲਬ ਇਹ ਹੋਇਆ ਕਿ ਅੱਜ ਇਹ ਲੋਕ ਜੋ ਵੀ ਨੇ ਇਹ ਸੰਤਾਂ ਕਰਕੇ ਹੀ ਹਨ, ਇਸੇ ਕਰਕੇ ਇਹਨਾਂ ਦੇ ਪੈਰੀ ਪੈ ਰਹੇ ਨੇ। ਗੁਰਮੀਤ ਕੌਰ ਨੇ ਸੋਚਿਆ ਕਿ ਮੇਰੀ ਤਾਂ ਉਮਰ ਇਸ ਗਰੀਬੀ ਦੇ ਵਿੱਚ ਲੰਘ ਗਈ, ਪਰ ਗਰੀਬੀ ਦੂਰ ਨਾ ਹੋਈ ਤੇ ਸ਼ਾਇਦ ਇਹ ਕੰਮ ਕਰਦਿਆਂ ਗਰੀਬੀ ਕਦੀ ਦੂਰ ਵੀ ਨਹੀਂ ਹੋਣੀ। ਕਿਉਂ ਨਾ ਮੈਂ ਵੀ ਇਹਨਾਂ ਸੰਤਾਂ ਦੇ ਕੋਲ ਜਾ ਕੇ ਇਹਨਾਂ ਦੇ ਚਰਨੀ ਪੈ ਕੇ ਬੇਨਤੀ ਕਰਾਂ। ਬਰਤਨ ਸਾਫ਼ ਕਰਕੇ ਉਸੇ ਖਰਾਬ ਕੱਪੜਿਆਂ ਦੇ ਵਿੱਚ ਆਖਿਰ ਤੇ ਜਾ ਕੇ ਉਹ ਖੜੀ ਹੋ ਗਈ। ਸੰਤ ਉਸਦੇ ਕੋਲੋਂ ਲੰਘਣ ਲੱਗੇ ਤੇ ਉਸ ਨੂੰ ਦੇਖ ਕੇ ਰੁਕ ਗਏ ਤੇ ਕਹਿਣ ਲੱਗੇ ਕਿ ਦੱਸ ਬੀਬਾ ਤੂੰ ਕੀ ਕਹਿਣਾ ਹੈ। ਤਾਂ ਗੁਰਮੀਤ ਕੌਰ ਨੇ ਕਿਹਾ ਕਿ ਬਾਬਾ ਜੀ ਘਰ ਦੇ ਵਿੱਚ ਬਹੁਤ ਗਰੀਬੀ ਹੈ। ਸਰਦਾਰਾਂ ਦੇ ਕੰਮ ਕਰਦਿਆਂ ਮੇਰੇ ਵਾਲ ਵੀ ਚਿੱਟੇ ਹੋ ਗਏ। ਕਦੀ ਕੱਪੜਾ ਮੁੱਲ ਖਰੀਦ ਕੇ ਨਹੀਂ ਪਾਇਆ। ਪੁਰਾਣੇ ਕੱਪੜੇ ਜੋ ਵੀ ਮਿਲਦੇ ਨੇ ਉਹ ਮੇਰਾ ਪਰਿਵਾਰ ਪਾ ਕੇ ਹਟਾਉਂਦਾ ਹੈ। ਕੋਈ ਵੇਚਣ ਵਾਲਾ ਭਾਈ ਵੀ ਸਾਡੀ ਗਲੀ ਨਹੀਂ ਆਉਂਦਾ, ਕਿਉਂਕਿ ਉਹ ਕਹਿੰਦੇ ਨੇ ਕਿ ਇਹਨਾਂ ਨੇ ਕੀ ਖਰੀਦਣਾ, ਇਹ ਤਾਂ ਆਪ ਲੋਕਾਂ ਦੇ ਪੁਰਾਣੇ ਕੱਪੜੇ ਪਾ ਕੇ ਜਿਉਂਦੇ ਨੇ। ਮਾਲਕਾਂ ਦੇ ਨਾਲ ਇੱਥੇ ਆਉਂਦੀ ਹਾਂ, ਸੇਵਾ ਦੇ ਵਿੱਚ ਮਨ ਲੱਗ ਗਿਆ ਤੇ ਅੱਜ ਪਹਿਲੀ ਵਾਰ ਤੁਹਾਡੇ ਦਰਸ਼ਨ ਹੋਏ ਨੇ। ਇਹ ਬੇਨਤੀ ਕਰਦੀ ਕਰਦੀ ਗੁਰਮੀਤ ਕੌਰ ਰੋਣ ਲੱਗੀ। ਸੰਤਾਂ ਨੇ ਉਸਦੇ ਕੱਪੜੇ ਦੇਖੇ, ਉਸ ਦੀ ਸੇਵਾ ਸਾਫ਼-ਸਾਫ਼ ਝਲਕ ਰਹੀ ਸੀ ਤੇ ਨਾਲ ਖੜੇ ਸੇਵਾਦਾਰਾਂ ਨੂੰ ਸੰਤਾਂ ਨੇ ਕਿਹਾ ਕਿ ਉੱਥੇ ਇੱਕ ਕੁੱਤੇ ਦਾ ਬੱਚਾ ਹੈ, ਉਸ ਨੂੰ ਲੈ ਕੇ ਆਓ। ਸੰਤਾਂ ਨੇ ਗੁਰਮੀਤ ਕੌਰ ਨੂੰ ਉਸ ਕੁੱਤੇ ਦਾ ਬੱਚਾ ਦਿੱਤਾ ਤੇ ਕਿਹਾ ਕਿ ਬੀਬਾ ਇਸ ਕੁੱਤੇ ਨੂੰ ਹਰ ਰੋਜ਼ ਰੋਟੀ ਪਾਇਆ ਕਰੋ ਤੇ ਇਸ ਦੀ ਸੇਵਾ ਕਰੋ। ਗੁਰੂ ਨਾਨਕ ਆਪ ਹੀ ਤੁਹਾਡੀ ਜ਼ਿੰਦਗੀ ਬਦਲ ਦੇਣਗੇ। ਗੁਰਮੀਤ ਕੌਰ ਦੇ ਅੰਦਰ ਇੱਕ ਵਿਸ਼ਵਾਸ ਸੀ ਤੇ ਉਸਨੇ ਆਪਣੇ ਘਰ ਦੇ ਵਿੱਚ ਉਸ ਕੁੱਤੇ ਦੀ ਹਰ ਰੋਜ਼ ਦੁੱਧ ਰੋਟੀ ਦੇ ਨਾਲ ਸੇਵਾ ਕੀਤੀ। ਸੋ ਉਸ ਤੋਂ ਬਾਅਦ ਸਮਾਂ ਬਦਲਿਆ। 1 ਸਾਲ ਬਾਅਦ ਕਿਸੇ ਰਿਸ਼ਤੇਦਾਰ ਨੇ ਕਿਹਾ ਕਿ ਦੁਬਈ ਦੇ ਵਿਜੇ ਆਏ ਨੇ, ਤੁਹਾਡੇ ਮੁੰਡੇ ਨੂੰ ਵੀ ਬਾਹਰ ਭੇਜ ਦਿੰਦੇ ਹਾਂ। ਗੁਰਮੀਤ ਕੌਰ ਨੇ ਕਿਹਾ ਕਿ ਸਾਡੇ ਕੋਲ ਤਾਂ ਪੈਸੇ ਨਹੀਂ ਨੇ। ਉਹਨਾਂ ਦੇ ਰਿਸ਼ਤੇਦਾਰ ਨੇ ਕਿਹਾ ਕਿ ਆਪਾਂ ਪੈਸੇ ਲਗਾ ਦਿੰਦੇ ਹਾਂ ਤੇ ਬਾਅਦ ਵਿੱਚ ਦੇ ਦਿਓ। ਗੁਰਮੀਤ ਕੌਰ ਦਾ ਲੜਕਾ ਦੁਬਈ ਪਹੁੰਚ ਗਿਆ। ਦੁਬਈ ਪਹੁੰਚ ਕੇ ਉਸ ਨੂੰ ਅੱਗੇ ਚੰਗੇ ਬੰਦੇ ਮਿਲੇ ਤੇ ਜਲਦ ਹੀ ਉਸ ਦਾ ਟਰਾਲੇ ਦਾ ਲਾਇਸੈਂਸ ਵੀ ਬਣ ਗਿਆ। ਵਧੀਆ ਤਨਖਾਹ ਮਿਲਣ ਲੱਗੀ ਤੇ ਉੱਥੋਂ ਹੀ ਦੁਬਈ ਤੋਂ ਅੱਗੇ ਕੈਨੇਡਾ ਪਹੁੰਚ ਗਿਆ।
4-5 ਸਾਲਾਂ ਦੇ ਵਿੱਚ ਹੀ ਪੰਜਾਬ ਉਹਨਾਂ ਟੁੱਟੇ ਮਕਾਨਾਂ ਦੇ ਥਾਂ ਦੇ ਉੱਤੇ ਕੋਠੀਆਂ ਖੜੀਆਂ ਹੋ ਗਈਆਂ। ਗੁਰਮੀਤ ਕੌਰ ਦੇ ਪੋਤੀਆਂ ਪੋਤੇ ਅੱਜ ਕੈਨੇਡਾ ਦੇ ਵਿੱਚ ਸੈਟਲ ਨੇ। ਸਾਰਾ ਪਰਿਵਾਰ ਕੈਨੇਡਾ ਦੇ ਵਿੱਚ ਖੁਸ਼ ਹੈ। ਸੋ ਇਹ ਗੁਰੂ ਘਰ ਦੀ ਸੇਵਾ ਦਾ ਹੀ ਫਲ ਹੈ ਜੋ ਕਦੀ ਬੇਫਲ ਨਹੀਂ ਹੁੰਦਾ, ਤੇ ਇੱਕ ਬੇਜਵਾਨ ਦੀ ਸੇਵਾ ਦਾ ਵੀ। ਉਸ ਕੁੱਤੇ ਨੂੰ ਗੁਰਮੀਤ ਕੌਰ ਨੂੰ ਦੇਣਾ ਇਹ ਵੀ ਸੰਤਾਂ ਦੀ ਕਰਾਮਤ ਸੀ, ਜਿਸ ਨੂੰ ਕੋਈ ਬਿਰਲਾ ਹੀ ਸਮਝ ਸਕਦਾ ਹੈ। ਸੋ ਕੱਖਾਂ ਤੋਂ ਲੱਖ ਬਣ ਗਿਆ ਗੁਰਮੀਤ ਕੌਰ ਦਾ ਉਹ ਪਰਿਵਾਰ।